Hello, welcome to the YouTube channel. Today we will discuss writing task 2 do's versus don'ts. What things we should prefer to write an effective essay and what things we should avoid. Okay, make sure you watch the video till the end. Firstly, we will discuss the important steps that are must to be taken. ਜਿਹੜੀ ਚੀਜ਼ ਕਿ ਸਾਨੂੰ ਕਰਨੀ ਹੀ ਚਾਹੀਦੀ ਹੈ. ਫਸਟ ਇਜ਼ ਐਨਾਲਾਈਜ਼ ਦਾ ਟੌਪਿਕ ਪ੍ਰੋਪਰਲੀ. ਘੱਟੋ ਘੱਟ 2 ਤੋਂ 3 ਵਾਰ ਤੁਸੀਂ ਐਟਲੀਸਟ ਐਸੇ ਪੜ੍ਹੋ ਤਾਂ ਕਿ ਕੀ ਹੈ ਤੁਹਾਨੂੰ ਸਟੇਟਮੈਂਟ ਦੀ ਸਮਝ ਆਵੇ, ਕੁਐਸਚਨ ਦੀ ਸਮਝ ਆਵੇ ਕਿ ਤੁਹਾਡੇ ਤੋਂ ਕੁਐਸਚਨ ਡਿਮਾਂਡ ਕੀ ਕਰ ਰਿਹਾ. ਓਕੇ, ਸਾਡਾ ਸੈਕਿੰਡ ਪਾਰਟ ਹੈਗਾ ਰਿਸਪੌਂਡ ਟੂ ਆਲ ਪਾਰਟਸ ਫੁਲੀ. ਇਹਦਾ ਕੀ ਮਤਲਬ ਹੈ, ਮੰਨ ਲਓ ਤੁਹਾਨੂੰ ਕੋਈ ਐਸੇ ਦਿੱਤਾ ਗਿਆ ਹੈ ਕਿ ਇਹ ਪ੍ਰੋਬਲਮ ਹੈ ਸੋਸਾਇਟੀ ਦੀ, ਠੀਕ ਹੈ, ਸੋਸਾਇਟੀ ਵਿੱਚ ਇਹ ਪ੍ਰੋਬਲਮ ਹੈ, ਉਹਦਾ ਅਫੈਕਟ ਇੰਡੀਵਿਜੂਅਲਸ 'ਤੇ ਸੋਸਾਇਟੀ 'ਤੇ ਕੀ ਹੋ ਰਿਹਾ. ਮਤਲਬ ਇਹਦੇ 2 ਪਾਰਟਸ ਕਿਹੜੇ ਹੋ ਗਏ, ਇੱਕ ਤਾਂ ਅਫੈਕਟ ਇੰਡੀਵਿਜੂਅਲਸ, ਇੱਕ ਹੋ ਗਿਆ ਅਫੈਕਟ ਸੋਸਾਇਟੀ 'ਤੇ. ਤਾਂ ਤੁਸੀਂ ਕੀ ਆ ਮਾਈਨਰ ਟੂ ਮਾਈਨਰ ਪਾਰਟ ਵੀ ਕਵਰ ਕਰਨਾ ਹੈ ਆਪਣਾ ਟਾਸਕ 2 ਲਿਖਣ ਲੱਗਿਆ. ਸਾਡਾ ਥਰਡ ਅਤੇ ਮੋਸਟ ਇੰਪੋਰਟੈਂਟ ਸਟੈਪ ਇਜ਼ ਕਿ ਆਪਣੇ ਪਹਿਲੇ 5 ਮਿੰਟ ਐਸੇ ਪਲੈਨਿੰਗ 'ਤੇ ਸਪੈਂਡ ਕਰੋ. ਤੁਸੀਂ ਪਹਿਲਾਂ ਹੀ ਵੋਕੈਬ ਰਫ ਸਾਈਡ 'ਤੇ ਲਿਖ ਕੇ ਰੱਖੋ ਕਿ ਤੁਸੀਂ ਕੀ ਯੂਜ਼ ਕਰਨੀ ਹੈ. ਪਹਿਲਾਂ ਹੀ ਤੁਸੀਂ ਡਿਵਾਈਡ ਕਰੋ ਕਿ BP1 ਵਿੱਚ ਮੈਂ ਕੀ ਆਈਡੀਆਜ਼ ਮੈਂਸ਼ਨ ਕਰਨੇ ਆ, BP2 ਵਿੱਚ ਕੀ ਮੈਂਸ਼ਨ ਕਰਨਾ ਹੈ, ਮੈਂ ਕਿਸ ਤਰ੍ਹਾਂ ਦੇ ਕਨੈਕਟਰਸ ਯੂਜ਼ ਕਰਨੇ ਆ. ਕਿਉਂਕਿ ਜੇ ਇਸ 'ਤੇ ਤੁਸੀਂ ਇੱਕ ਵਾਰ 5 ਮਿੰਟ ਸਪੈਂਡ ਕਰ ਲਓਗੇ ਤਾਂ ਤੁਸੀਂ ਕੀ ਸਮੂਥਲੀ ਆਪਣਾ ਸਾਰਾ ਐਸੇ ਲਿਖਦੇ ਰਹੋਗੇ. ਬਟ ਇਫ ਯੂ ਡੋਂਟ ਪਲੈਨ ਯੂਰ ਐਸੇ, ਜੇ ਤੁਸੀਂ ਪਹਿਲਾਂ ਪਲੈਨਿੰਗ ਨਹੀਂ ਕਰਦੇ, ਡਾਇਰੈਕਟ ਰਾਈਟਿੰਗ ਸਟਾਰਟ ਕਰਦੇ ਹੋ ਤਾਂ ਤੁਹਾਨੂੰ ਕੀ ਹੈ, ਹੋ ਸਕਦਾ ਇੱਕ ਲਾਈਨ ਲਿਖਣ ਤੋਂ ਬਾਅਦ ਫਿਰ ਸੋਚਣਾ ਪਵੇ. ਇਸ 'ਤੇ ਕੀ ਆ ਟਾਈਮ ਸਾਡਾ ਜ਼ਿਆਦਾ ਵੇਸਟ ਹੋਊਗਾ. ਸੋ ਫਸਟਲੀ ਸਪੈਂਡ ਐਟਲੀਸਟ ਫਸਟ 5 ਮਿੰਟਸ ਫॉर ਪਲੈਨਿੰਗ. ਨੈਕਸਟ ਜਦੋਂ ਤੁਸੀਂ ਸਟਾਰਟ ਕਰਦੇ ਹੋ, ਇੰਟਰੋਡਕਸ਼ਨ ਲਿਖਣ ਲੱਗਦੇ ਹੋ, ਠੀਕ ਹੈ, ਪੈਰਾਫਰੇਜ਼ਿੰਗ ਜਾਂ ਪੈਸਿਵ ਵੌਇਸ ਦੇ ਵਿੱਚ ਆਪਣੀ ਇੰਟਰੋਡਕਸ਼ਨ ਲਿਖਦੇ ਹੋ, ਤਾਂ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਣਾ ਹੈ ਕਿ ਜਿਹੜਾ ਸਾਡਾ ਕੁਐਸਚਨ ਹੈ ਉਹਨਾਂ ਨੇ ਰੀਜ਼ਨ ਪੁੱਛੇ ਹੈ, ਉਹਨਾਂ ਨੇ ਐਡਵਾਂਟੇਜ ਡਿਸਐਡਵਾਂਟੇਜ ਪੁੱਛੇ ਹੈ, ਉਹ ਤੁਸੀਂ ਚੀਜ਼ ਕੀ ਹੈ ਥੀਸਿਸ ਸਟੇਟਮੈਂਟ ਦੇ ਵਿੱਚ ਜ਼ਰੂਰ ਮੈਂਸ਼ਨ ਕਰਨੀ ਹੈ. ਕਿਉਂਕਿ ਸਾਡੀ ਇੰਟਰੋਡਕਸ਼ਨ 'ਤੇ ਹੀ ਸਾਡਾ ਕੀ ਹੈ ਇੱਕ ਅਸੈਸਮੈਂਟ ਦਾ ਪਾਰਟ ਬੇਸਡ ਹੁੰਦਾ ਜਿਹਨੂੰ ਆਪਾਂ ਕਹਿੰਦੇ ਹਾਂ ਟਾਸਕ ਰਿਸਪੌਂਸ. ਜੇਕਰ ਤੁਹਾਡਾ ਟਾਸਕ ਰਿਸਪੌਂਸ ਗਲਤ ਹੋ ਗਿਆ ਤਾਂ ਜਿਹੜੇ ਅਗਲੇ ਪਾਰਟ ਨੇ ਗ੍ਰਾਮਰ ਐਂਡ ਐਕੂਰੇਸੀ, ਲੈਕਸੀਕਲ ਰਿਸੋਰਸ, ਉਹ ਕੀ ਆ ਉਹ ਕਾਊਂਟ ਹੀ ਨਹੀਂ ਹੁੰਦੇ. ਤਾਂ ਮੇਕ ਸ਼ੋਰ ਕਿ ਤੁਹਾਡੀ ਇੰਟਰੋਡਕਸ਼ਨ ਪ੍ਰੋਪਰ ਹੋਵੇ. ਜੇ ਇੰਟਰੋਡਕਸ਼ਨ ਪ੍ਰੋਪਰ ਹੋਊਗੀ ਤਾਂ ਹੀ ਤੁਹਾਡੇ BP1 ਐਂਡ BP2 ਕੀ ਹੈ ਚੈੱਕ ਹੋਣਗੇ. ਨੈਕਸਟ ਇਜ਼ ਡਿਵਾਈਡ ਯੂਰ essay into 4 paragraphs, minimum 4. First introduction, second body paragraph 1, body paragraph 2 and third conclusion. ਸਾਡੇ ਕੋਲ ਸਿਰਫ ਇੱਕ ਐਕਸੈਪਸ਼ਨਲ ਟਾਈਪ ਹੈ ਆਊਟਵੇ ਵਾਲੀ ਜਿਹਦੇ 'ਚ ਅਸੀਂ 3 BP ਬਣਾਉਣੇ ਹੁੰਦੇ ਆ. ਅਦਰਵਾਈਜ਼ ਕੀ ਹੈ ਸਾਡੇ ਮੋਸਟ ਆਫ ਦੇ ਕੁਐਸਚਨ ਟਾਈਪਸ 'ਚ ਇਹੀ ਸਾਡਾ ਕੀ ਹੈ ਬੋਡੀ ਪੈਰਾਗ੍ਰਾਫ 1, ਬੋਡੀ ਪੈਰਾਗ੍ਰਾਫ 2, ਕਨਕਲੂਜਨ, ਇੰਟਰੋਡਕਸ਼ਨ, ਇਹੀ ਚੀਜ਼ਾਂ ਇਨਕਲੂਡ ਹੁੰਦੀਆਂ. ਤਾਂ ਇਹ ਟਰਾਈ ਕਰੋ ਸਿਰਫ ਇਹਨਾਂ ਚੀਜ਼ਾਂ ਵਿੱਚ ਕੀ ਆ ਆਪਣਾ ਐਸੇ ਡਿਵਾਈਡ ਕਰਨ ਦੀ. ਨੈਕਸਟ ਇਜ਼ ਕਿ ਰੈਪੀਟੇਸ਼ਨ ਹੈ ਜਿਹੜੀ ਜਿੰਨੀ ਅਵੋਇਡ ਕਰ ਸਕਦੇ ਹੋ, ਮਤਲਬ ਜਿੰਨੀ ਜ਼ਿਆਦਾ ਵਰਡਸ ਦੀ ਵਰਾਇਟੀ, ਜਿੰਨੀ ਜ਼ਿਆਦਾ ਸੈਂਟੈਂਸ ਦੀ ਵਰਾਇਟੀ ਦੇ ਸਕਦੇ ਹੋ. ਵਰਡਸ ਦੀ ਵਰਾਇਟੀ ਕਿੱਦਾਂ, ਸਿਨੋਨੀਅਮਸ ਯੂਜ਼ ਕਰਕੇ, ਜਿੱਦਾਂ ਮੈਂ ਇੱਕ ਐਗਜ਼ਾਮਪਲ ਵੀ ਦਿੱਤਾ ਹੋਇਆ ਇੰਪੋਰਟੈਂਟ, ਵਾਈਟਲ, ਕਰੂਸ਼ੀਅਲ, ਠੀਕ ਹੈ. ਇਸੇ ਤਰ੍ਹਾਂ ਕੀ ਹੈ ਕਿ ਸੈਂਟੈਂਸ ਸਿੰਪਲ ਬਣਾਉਣ ਦੀ ਬਜਾਏ ਕੰਪਲੈਕਸ ਨਹੀਂ ਤਾਂ ਪਾਸਿਵ ਵੌਇਸ ਸਾਊਂਡ ਜ਼ਰੂਰ ਯੂਜ਼ ਕਰੋ ਤਾਂ ਕਿ ਤੁਹਾਡਾ ਕੀ ਆ ਐਸੇ ਹੋਰ ਵੀ ਜ਼ਿਆਦਾ ਇਫੈਕਟਿਵ ਹੋਵੇ. ਨੈਕਸਟ ਲਾਸਟ ਬਟ ਨਾਟ ਲੀਸਟ, ਪ੍ਰੂਫ ਰੀਡ ਯੂਰ ਐਸੇ ਟੂ ਅਵੋਇਡ ਸਮਾਲ ਮਿਸਟੇਕਸ. ਜੇ ਤੁਹਾਡੇ ਕੋਲ ਟਾਈਮ ਹੈ ਤਾਂ ਜ਼ਰੂਰ ਪ੍ਰੂਫ ਰੀਡਿੰਗ ਕਰੋ ਤਾਂ ਕਿ ਤੁਹਾਡੀਆਂ ਕੀ ਮਿਸਟੇਕਸ ਅਵੋਇਡ ਹੋ ਸਕਣ. ਐਂਡ one must thing in do's is that always take care that you must at least write 250 words. Now let's discuss mistakes to avoid. First one is don't use personal examples. ना ही personal examples, ਕੋਈ ਆਪਣਾ ਪਰਸਨਲ ਐਕਸਪੀਰੀਅੰਸ, ਨਾ ਹੀ ਕੋਈ ਪਰਸਨਲ ਪ੍ਰਨਾਊਨ ਜਿੱਦਾਂ ਆਈ, ਵੀ, ਇਸ ਤਰ੍ਹਾਂ ਦਾ ਕੁਝ ਵੀ ਯੂਜ਼ ਨਹੀਂ ਕਰਨਾ. ਡੋਂਟ ਯੂਜ਼ ਓਵਰ ਜਨਰਲਾਈਜੇਸ਼ਨ. ਇਹਦਾ ਕੀ ਮਤਲਬ ਹੈ ਕਿ ਤੁਸੀਂ ਕੋਈ ਆਈਡੀਆ ਦੇ ਰਹੇ ਹੋ ਨਾ ਕਿ ਕੁਝ ਲੋਕ ਇੱਦਾਂ ਕਰਦੇ ਆ, ਆਪਾਂ ਆਪਣਾ ਓਪੀਨੀਅਨ ਦੇਣਾ ਹੁੰਦਾ. ਤੁਸੀਂ ਇਹ ਨਹੀਂ ਕਹਿ ਸਕਦੇ ਕਿ ਆਲ ਇੰਡੀਵਿਜੂਅਲਸ ਆਲਵੇਜ਼ ਸਾਰੇ ਹੀ ਇੱਦਾਂ ਕਰਦੇ ਆ. ਇੱਦਾਂ ਦੀਆਂ ਚੀਜ਼ਾਂ ਕੀ ਹੈ ਅਵੋਇਡ ਕਰਨੀਆਂ ਜਿੰਨਾ ਕਰ ਸਕਦੇ ਹੋ. ਡੋਂਟ ਫੋਰਗੇਟ ਟੂ ਕਨਕਲੂਡ ਯੂਰ ਐਸੇ ਇਨ ਲਾਸਟ ਪੈਰਾਗ੍ਰਾਫ. ਮਤਲਬ ਜਦੋਂ ਤੁਸੀਂ ਕਨਕਲੂਜਨ ਲਿਖਦੇ ਹੋ ਕੋਈ ਨਵਾਂ
ਟੌਪਿਕ ਜਾਂ ਕੋਈ ਨਵਾਂ ਆਈਡੀਆ ਐਡ ਨਹੀਂ ਕਰਨਾ ਹੈਗਾ। ਜਿਹੜਾ ਤੁਸੀਂ BP1 BP2 ਲਿਖਿਆ ਉਹਨੂੰ ਸਮਰਾਈਜ਼ ਕਰਕੇ ਸਿਰਫ 1 ਜਾਂ 1.5 ਲਾਈਨ ਦਾ ਤੁਸੀਂ ਆਪਣਾ ਕਨਕਲੂਜਨ ਦੇਣਾ ਹੁੰਦਾ। ਮੋਸਟ ਇੰਪੋਰਟੈਂਟਲੀ ਡੋਂਟ ਯੂਜ਼ ਇਰਰੈਲੇਵੈਂਟ ਐਗਜ਼ਾਮਪਲਸ ਔਰ ਆਈਡੀਆਜ਼। ਤੁਸੀਂ ਕਦੇ ਆਫ ਦਾ ਟੌਪਿਕ ਨਹੀਂ ਹੋਣਾ ਗਾ। ਇਸੇ ਲਈ ਕਿਹਾ ਜਾਂਦਾ ਹੈ ਕਿ ਸਭ ਤੋਂ ਪਹਿਲਾਂ 3-4 ਵਾਰ ਸਟੇਟਮੈਂਟ ਪੜ੍ਹੋ ਤਾਂ ਕਿ ਤੁਸੀਂ ਕਿਹਾ ਸਟੇਟਮੈਂਟ ਭੁੱਲੋ ਨਾ। ਓਕੇ, ਇਹੀ ਸੀ ਸਾਡੇ ਰਾਈਟਿੰਗ ਦੇ ਵਿੱਚ ਧਿਆਨ ਰੱਖਣ ਵਾਲੀਆਂ ਗੱਲਾਂ।